हेलो 7th क्लास चैप्टर 6 ट्रायंगल एंड इट्स प्रॉपर्टीज़ एक्सरसाइज सैकेंड कर रहे सी 6.1 जी ਇਹਦੀ 6 ਚੈਪਟਰ ਦੀ ਫਸਟ ਐਕਸਰਸਾਈਜ਼ ਸੀ ਉਹ ਸੀ ਬਲੈਂਕਸ ਤੇ ਕੁਝ ਕੁਐਸਚਨ ਸੀ ਉਹ ਅਸੀਂ ਸੋਲਵ ਕਰ ਚੁੱਕੇ ਹਾਂ। ਉਹਦੇ ਵਿੱਚ ਪ੍ਰੋਪਰਟੀਜ਼ ਸੀ ਜਿਹੜੀਆਂ ਕਿ ਟਰਾਇੰਗਲਸ ਦੀਆਂ ਪ੍ਰੋਪਰਟੀਜ਼ ਅੱਗੇ ਅਸੀਂ ਐਕਸਰਸਾਈਜ਼ ਵਿੱਚ ਯੂਜ਼ ਕਰਨੀਆਂ ਨੇ। ਹੁਣ ਉਹਨਾਂ ਵਿੱਚੋਂ 6.2 ਦੀ ਅੱਜ ਅਸੀਂ ਐਕਸਰਸਾਈਜ਼ ਸਟਾਰਟ ਕਰਨ ਲੱਗੇ ਹਾਂ। 6.2 ਦੇ ਵਿੱਚ ਇੱਕ ਮੇਨ ਪ੍ਰੋਪਰਟੀ ਜਿਹੜੀ ਅਸੀਂ ਯੂਜ਼ ਕਰਨੀ ਹੈ ਟਰਾਇੰਗਲ ਦੀ ਉਹ ਹੈਗੀ ਹੈ ਐਕਸਟੀਰੀਅਰ ਐਂਗਲ ਅਤੇ ਇੰਟੀਰੀਅਰ ਐਂਗਲ ਦਾ ਰਿਲੇਸ਼ਨ। ਹੁਣ ਜਿਨ੍ਹਾਂ ਨੂੰ ਇਹ ਇੰਟੀਰੀਅਰ ਐਂਗਲ ਅਤੇ ਐਕਸਟੀਰੀਅਰ ਐਂਗਲ ਕੀ ਹੁੰਦੇ ਨੇ ਕੁਝ ਮੁਸ਼ਕਿਲ ਨਹੀਂ ਹੈ, ਕੁਝ ਕਨਫਿਊਜ਼ਨ ਨਹੀਂ ਹੋਣਾ। ਅਤੇ ਸਭ ਤੋਂ ਪਹਿਲਾਂ ਜੋ ਵੀ ਬਲੈਕ ਬੋਰਡ 'ਤੇ ਕਿਸੇ ਚੀਜ਼ ਵੱਲ ਧਿਆਨ ਨਹੀਂ ਦੇਣਾ, ਸਿਰਫ ਇਸ ਡਾਇਗਰਾਮ ਵੱਲ ਧਿਆਨ ਦੇਣਾ। ਇਸ ਜਿਹੜੀ ਫਿਗਰ ਬਣੀ ਹੋਈ ਹੈ ਇਸ 'ਤੇ ਧਿਆਨ ਦਿਓ ਬਸ, ਉੱਪਰ ਵਾਲੀ। ਹੁਣ ਇਹਦੇ ਵਿੱਚ ਦੇਖੋ ਇੱਕ ਨੋਰਮਲ ਫਿਗਰ, ਨੋਰਮਲ ਟਰਾਇੰਗਲ ਕਿਸ ਤਰ੍ਹਾਂ ਹੁੰਦਾ ਵਾ, ਇਸ ਤਰ੍ਹਾਂ ਹੁੰਦਾ ਨਾ A B ਅਤੇ C ਪੁਆਇੰਟ। ਆਹ ਬਾਹਰ ਵਾਲੀ ਸਾਈਡ ਵੀ ਨਹੀਂ ਹੁੰਦੀਆਂ, ਬਾਹਰ ਵਾਲੀਆਂ ਸਾਈਡਾਂ ਨਹੀਂ ਹੁੰਦੀਆਂ, ਸਿਰਫ A B ਐਂਡ C। ਇਹ ਇੱਕ ਨੋਰਮਲ ਟਰਾਇੰਗਲ ਬਣਦਾ ਅਤੇ ਇਸ ਟਰਾਇੰਗਲ ਦੇ ਅੰਦਰ ਇੰਟੀਰੀਅਰ ਵਾਲੀ ਸਾਈਡ 'ਤੇ ਜਿੰਨੇ ਵੀ ਐਂਗਲਸ ਬਣਦੇ ਉਹਨਾਂ ਨੂੰ ਬੋਲਦੇ ਆ ਇੰਟੀਰੀਅਰ ਐਂਗਲਸ। ਇਹਦੇ ਵਿੱਚ ਇੰਟੀਰੀਅਰ ਐਂਗਲਸ ਕਿਹੜੇ, ਜਿਹੜੇ ਆਹ ਵਾਲਾ ਆਹ ਜਿਹੜੇ 3 ਪੁਆਇੰਟ ਆ, ਇਹ ਐਂਗਲ ਅਤੇ ਇਹ ਐਂਗਲ ਜਿਹੜਾ ਅੰਦਰ ਬਣਦੇ ਟਰਾਇੰਗਲ ਦੇ ਉਹਨਾਂ ਨੂੰ ਬੋਲਦੇ ਇੰਟੀਰੀਅਰ ਐਂਗਲਸ। ਹੁਣ ਐਕਸਟੀਰੀਅਰ ਐਂਗਲਸ ਕਿਹਨਾਂ ਨੂੰ ਬੋਲਦੇ ਆ? ਐਕਸਟੀਰੀਅਰ ਐਂਗਲਸ ਜਿਹੜੇ ਟਰਾਇੰਗਲ ਤੋਂ ਬਾਹਰ ਹੁੰਦੇ ਨੇ, ਬਾਹਰ ਬਣਦੇ ਨੇ। ਹੁਣ ਇੱਥੇ ਬਾਹਰ ਕਿੱਦਾਂ ਬਣਦੇ ਨੇ? ਬਾਹਰ ਐਂਗਲ ਬਣਾਉਣ ਵਾਸਤੇ ਅਸੀਂ ਕੀ ਕਰਦੇ ਹਾਂ ਕਿ ਇਹ ਪੁਆਇੰਟ ਤੱਕ ਹੀ ਇਸ ਲਾਈਨ, ਇਸ ਕਰਕੇ ਇਸ ਲਾਈਨ ਨੂੰ ਇਸ ਪੁਆਇੰਟ ਤੱਕ ਸੀ ਪਹਿਲਾਂ, ਇਹਨੂੰ ਥੋੜ੍ਹੀ ਜਿਹੀ ਆਪਣੇ ਕੋਲੋਂ ਐਕਸਟੈਂਡ ਕਰ ਲੈਣਾ। ਫਿਰ ਇਹ ਲਾਈਨ ਇੱਥੋਂ ਲੈ ਕੇ ਇੱਥੇ ਤੱਕ ਸੀ, ਪਰ ਇਹਨੂੰ ਆਪਣੇ ਕੋਲੋਂ ਥੋੜ੍ਹਾ ਜਿਹਾ ਅੱਗੇ ਵਧਾ ਦੇਣਾ। ਇਹ ਲਾਈਨ ਇੱਥੋਂ ਇੱਥੇ ਤੱਕ ਸੀ, ਇਹਨੂੰ ਥੋੜ੍ਹੀ ਜਿਹੀ ਆਪਣੇ ਕੋਲੋਂ ਅੱਗੇ ਵਧਾ ਦੇਣਾ। ਇਸ ਤਰ੍ਹਾਂ ਹੁਣ ਇਹਨਾਂ ਜਿਹੜੇ ਬਾਹਰ ਵਾਲੀਆਂ ਲਾਈਨਸ ਦੇ ਵੀ ਪੁਆਇੰਟ ਦੇ ਨਾਮ ਰੱਖਦੇ ਨੇ। ਇੱਥੇ ਮੰਨ ਲਓ ਆ ਬਾਹਰ ਵਾਲਾ ਇੱਥੇ ਪੁਆਇੰਟ ਦਾ P ਦਾ ਨਾਮ, ਇੱਥੇ Q ਰੱਖ ਦਿੱਤਾ, ਇੱਥੇ R। ਹੁਣ ਜਿਹੜੀ R ਪੁਆਇੰਟ ਆਹ ਵਾਲੀ ਲਾਈਨ ਇਹਦੇ ਨਾਲ ਐਂਗਲ ਬਣਾ ਰਹੀ ਆ, ਉਹ ਟਰਾਇੰਗਲ ਦੇ ਬਾਹਰ ਬਣ ਰਿਹਾ, ਇਸ ਕਰਕੇ ਐਕਸਟੀਰੀਅਰ ਐਂਗਲ ਆ। ਇਹ ਲਾਈਨ ਇਹਦੇ ਨਾਲ ਜੋ ਬਣਾ ਰਹੀ ਹੈ ਉਹ ਟਰਾਇੰਗਲ ਦੇ ਬਾਹਰ ਆ, ਇਹ ਵੀ ਐਂਗਲ ਐਕਸਟੀਰੀਅਰ ਐਂਗਲ ਆ। ਇਹ ਲਾਈਨ ਇਹਦੇ ਨਾਲ ਬਣਾ ਰਹੀ ਹੈ ਜਿਹੜੀ ਇੱਥੇ ਐਂਗਲ, ਉਹ ਵੀ ਐਕਸਟੀਰੀਅਰ ਐਂਗਲ ਆ। ਉਹ ਟਰਾਇੰਗਲ ਦੇ ਤਿੰਨੋਂ ਐਂਗਲ ਟਰਾਇੰਗਲ ਦੇ ਬਾਹਰ, 3 ਟਰਾਇੰਗਲ ਦੇ ਅੰਦਰ ਅਤੇ 3 ਟਰਾਇੰਗਲ ਦੇ ਬਾਹਰ, ਜਿਹੜੇ ਮੇਨ ਅਸੀਂ ਹੁਣ ਕੀਤੇ ਐਕਸਟੀਰੀਅਰ ਐਂਗਲਸ। ਹੁਣ ਇਹਨਾਂ ਦਾ ਰਿਲੇਸ਼ਨ ਇਹ ਆ ਕਿ ਜਿਹੜੇ ਐਕਸਟੀਰੀਅਰ ਐਂਗਲਸ ਹੁੰਦੇ ਨੇ, ਸਿੰਪਲ ਟਰਮਸ ਵਿੱਚ ਜੇ ਇਹ ਵਾਲਾ ਐਕਸਟੀਰੀਅਰ ਐਂਗਲ ਲੈ ਲਓ, ਇੱਥੋਂ ਇਹ ਜਿਹੜਾ ਇਹ 2 ਲਾਈਨਸ ਬਣਾ ਰਹੀਆਂ ਨੇ, ਇੱਥੇ ਜਿਹੜਾ ਐਂਗਲਸ ਹੁੰਦਾ ਵਾ, ਇੱਥੇ ਜਿਹੜਾ ਐਂਗਲ ਆਉਂਦਾ ਵਾ, ਉਹਦੀ ਵੈਲਿਊ ਕਿੰਨੀ ਹੋਏਗੀ? ਹੁਣ ਉਹਦੀ ਵੈਲਿਊ ਹੋਏਗੀ, ਐਕਸਟੀਰੀਅਰ ਐਂਗਲ ਕਿਹਦੇ ਨਾਲ ਬਣਿਆ ਵਾ, ਆ B ਪੁਆਇੰਟ 'ਤੇ ਬਣਿਆ ਨਾ, ਇਹਨੂੰ ਭੁੱਲ ਜਾਣਾ। ਫਿਰ ਇਹ ਐਂਗਲ B ਨੂੰ ਛੱਡ ਕੇ ਕਿਹੜੇ ਐਂਗਲ ਰਹਿ ਗਏ ਵਿੱਚ ਪੂਰੇ? ਇੰਟੀਰੀਅਰ। ਹੁਣ ਐਕਸਟੀਰੀਅਰ ਦਾ ਰਿਲੇਸ਼ਨ ਕਰਨਾ ਵਾ ਇੰਟੀਰੀਅਰ ਨਾਲ। ਐਕਸਟੀਰੀਅਰ ਐਂਗਲ ਦਾ ਰਿਲੇਸ਼ਨ ਆਪਾਂ ਕਰਨਾ ਵਾ ਇੰਟੀਰੀਅਰ ਐਂਗਲਸ ਨਾਲ। ਇੰਟੀਰੀਅਰ ਐਂਗਲਸ ਕਿਹਦੇ ਨਾਲ ਰਿਲੇਸ਼ਨ ਹੋਏਗਾ? ਜੇ ਮੰਨ ਲਓ ਆਪਾਂ ਇਹ ਵਾਲਾ ਐਂਗਲ ਲੈਂਦੇ ਹਾਂ, ਇਹ ਵਾਲਾ ਬਾਹਰ ਵਾਲਾ, ਇਹਦਾ ਕਿਹਦੇ ਨਾਲ ਰਿਲੇਸ਼ਨ ਹੋਏਗਾ? ਇਹਦੇ ਨਾਲ, ਜਿਹੜਾ ਇਹ ਵਾਲਾ ਨਾਲ ਹੀ ਇਹਦੇ ਬਿਲਕੁਲ ਇੰਟੀਰੀਅਰ ਆ? ਨਹੀਂ, ਇਹਦੇ ਨਾਲ ਨਹੀਂ ਹੋਏਗਾ। ਇਹਦਾ ਰਿਲੇਸ਼ਨ ਹੋਏਗਾ ਇਹ ਤੋਂ ਇਲਾਵਾ ਜਿਹੜੇ 2 ਇੰਟੀਰੀਅਰ ਐਂਗਲਸ ਨੇ, ਇਹਦੇ ਉਲਟ ਵਾਲੀ ਸਾਈਡ ਦੇ ਜਿਹੜੇ 2 ਇੰਟੀਰੀਅਰ ਐਂਗਲਸ ਨੇ ਉਹਨਾਂ ਨਾਲ। ਕਿੱਦਾਂ? ਦਿਸ ਐਂਗਲ ਇਕੁਅਲ ਟੂ ਦਿਸ ਪਲੱਸ ਦਿਸ ਇੰਟੀਰੀਅਰ ਐਂਗਲਸ। ਇੰਟੀਰੀਅਰ ਵਾਲੇ ਇਹ ਅਤੇ ਇਹ ਦੋਵਾਂ ਨੂੰ ਐਡ ਕਰਾਂਗੇ ਤਾਂ ਸਾਡੇ ਕੋਲ ਇਹ ਵਾਲੇ ਐਕਸਟੀਰੀਅਰ ਐਂਗਲ ਦੀ ਵੈਲਿਊ ਆਏਗੀ। ਸਿੰਪਲ ਲੌਜਿਕ। ਹੁਣ ਇਹਨੂੰ ਵੇਖ ਕੇ ਅਸੀਂ ਪਹਿਲਾ ਕੁਐਸਚਨ ਦੇਖਦੇ ਹਾਂ। ਇਹ ਵਿੱਚ ਸਾਨੂੰ ਕਿਹਾ ਗਿਆ ਟਰਾਇੰਗਲ ਐਂਡ ਪ੍ਰੋਡਿਊਸ ਈਚ ਆਫ ਇਟਸ ਵਨ ਡਾਇਰੈਕਸ਼ਨ। ਕਿ ਟਰਾਇੰਗਲ ਡਰਾ ਕਰੋ, ਉਹਦੀ ਇੱਕ ਜਿਹੜੀ ਲਾਈਨ ਐਕਸਟੈਂਡ ਕਰੋ, ਡਰਾ ਕਰੋ। ਪ੍ਰੋਡਿਊਸ ਕੀਤੀ, ਅਸੀਂ ਕਰ ਲਈ ਆ। ਨੇਮ ਦਾ ਐਕਸਟੀਰੀਅਰ ਐਂਗਲਸ ਆਫ ਈਚ। ਹੁਣ ਜਿਹੜੇ ਐਕਸਟੀਰੀਅਰ ਐਂਗਲਸ ਨੇ ਉਹ ਲਿਖਣੇ ਆ। ਉਹ ਕਿਸ ਤਰ੍ਹਾਂ ਬਣਦੇ ਆ? ਸਭ ਤੋਂ ਪਹਿਲਾਂ ਐਕਸਟੀਰੀਅਰ ਐਂਗਲ ਕਿਹੜਾ ਸਾਡੇ ਕੋਲ? ABP। ਇੱਦਾਂ ਹੀ ਹੈ ਨਾ, ਇਹੀ ਐਂਗਲ ਆ ABP। ABP ਵਿੱਚ ਮੇਨ ਕਿਹੜਾ? ABP B ਐਂਗਲ। ਆਹ ਦੇਖੋ B ਪੁਆਇੰਟ 'ਤੇ ਜਿਹੜਾ ਬਣ ਰਿਹਾ ABP, ਜਿਹੜਾ ਇਹ ਵਾਲਾ ਐਕਸਟੀਰੀਅਰ ਐਂਗਲ ਆ, ਇੱਕ ਇਕੁਅਲ ਹੋਏਗਾ ਕਿਹਦੇ? ਕਿਹਾ ਸੀ ਤੁਹਾਨੂੰ, ਇਹਦੇ ਓਪੋਜ਼ਿਟ ਵਾਲੇ ਜਿਹੜੇ 2 ਇੰਟੀਰੀਅਰ ਐਂਗਲਸ ਹੋਣਗੇ, BAC, ਐਂਗਲ BAC ਪਲੱਸ ACB। ਇਹ ਵਾਲੇ 2 ACB ਬਣ ਗਿਆ। ਇਸੇ ਤਰ੍ਹਾਂ ਹੀ ਹੁਣ ਦੂਜਾ ਐਕਸਟੀਰੀਅਰ ਐਂਗਲ ਕਿਹੜਾ? BCQ। BCQ ਕਿੱਥੇ ਆ? BCQ। ਆਹ ਦੇਖੋ ਆਹ ਵਾਲਾ ਐਕਸਟੀਰੀਅਰ ਐਂਗਲ ਆ, ਇਹ ਕਿਹਦਾ ਹੋਏਗਾ? ਕਿਹਦੇ ਇਕੁਅਲ ਹੋਏਗਾ? ਇਹ ਹੋਏਗਾ ਇਹਦੇ ਨਾਲ? ਨਹੀਂ, ਇਹ ਤੋਂ ਜਿਹੜਾ ਉਲਟ ਵਾਲੇ ਐਕਸਟੀਰੀਅਰ ਹੋਣਗੇ, ਇਹ ਵਾਲਾ ਐਕਸਟੀਰੀਅਰ ਐਂਗਲ ਕਿਹਦੇ ਇਕੁਅਲ ਹੋਏਗਾ? ਦਿਸ ਐਂਗਲ ਪਲੱਸ ਦਿਸ। ਕਿੱਦਾਂ? BAC ਇਹ ਵਾਲਾ ਐਂਗਲ ਅਤੇ ABC ਇਹ ਵਾਲਾ ਐਂਗਲ, A ਪਲੱਸ A ਬਣ ਗਿਆ ਇਹ ਵਾਲਾ ਐਕਸਟੀਰੀਅਰ ਐਂਗਲ, ਇਹ ਬਣ ਚੁੱਕਾ। ਥਰਡ ਵੀ ਇਸੇ ਤਰ੍ਹਾਂ ਹੀ।
थर्ड एक्सटीरियर एंगल किहड़ा CAR, C पॉइंट A पॉइंट R, ये वाला जो एक्सटीरियर एंगल ये किहदे इक्वल होएगा ABC प्लस BCA, ABC ए वाला एंगल BCA ए वाला एंगल, आ दो एंगल प्लस करांगे साडे को ये एंगल आ जाएगा इक्वल CAR के इक्वल आ चुका। बिल्कुल ये रिलेशन असी यो यूज़ करना अगे। हुण सैकेंड क्वेश्चन में असी प्रॉब्लम सॉल्व करनी इस प्रॉपर्टी ने यूज़ करके। सानू एक ट्रायंगल दी हुई है सिंपल, पर वो सिर्फ एक लाइन प्रोड्यूस की गई है इस तरफ में। हुण ये एक्सटीरियर एंगल बन गया एक, ट्रायंगल तो यह रह गई ना इत्थे, ये इंटीरियर एंगल्स ने 3 90 40 तो ये वाली चीज़ा पता नहीं है तो, पर एक्सटीरियर एंगल एक एक्स दिता सानू, असी एक्स की वैल्यू फाइंड करनी है। किस तरह करनी है? हुण ये एक्सटीरियर एंगल है, ये किहदे इक्वल होएगा? एक्सटीरियर एंगल्स इक्वल टू सम ऑफ इंटीरियर एंगल्स, सम ऑफ ओपोजिट इंटीरियर एंगल्स। किद्दां ये ओपोजिट किहड़े इंटीरियर किहड़े ने 90 एंड 40। ये नाल वाला नहीं असी करना, भावें ये वैल्यू दित्ती भी होवे उहदी नहीं लोड़, असी सिर्फ उहदी दूजी साइड के जो 2 वक्रे इंटीरियर उन्होंने करना। एक्स की वैल्यू कितनी होएगी 90 + 40, एक्स इज इक्वल टू 40 + 90, एक्स इज इक्वल टू 130 डिग्रीज। यदा आंसर आ चुका। सैकेंड क्वेश्चन का ए पार्ट असी कर लिया, हुण बी पार्ट ते आओ। ये भी सेम क्वेश्चन आ, सानू एक फिगर दी हुई है 75 एंड 50, 75 एंड 50। हुण ये एक्सटीरियर एंगल दिता सानू एक्स, एक्स की वैल्यू किद्दां फाइंड करांगे? एक्स एक्सटीरियर एंगल एक्स इज इक्वल टू की होएगा जिहड़े ओपोजिट वाली साइड ते 2 इंटीरियर एंगल्स होणगे उन्हां दा ऐड कर देंगे। एक्स इज इक्वल टू 75 + 50, एक्स इज इक्वल टू 75 + 50 लिख दिता। एक्स इज इक्वल टू 75 + 50 कितना बनया 125, एक्स की वैल्यू 125 आ चुकी। इस तरह ही सी पार्ट भी इस तरह ही है बिल्कुल। एक्सटीरियर एंगल दिता, ये ओपोजिट वाले जो 2 इंटीरियर एंगल्स आ 45 एंड 35, 45 एंड 35 दोनों ऐड करांगे। एक्स इज इक्वल टू 45 + 35, एक्स इज इक्वल टू 45 + 35 80 आ गया, एक्स इज इक्वल टू 80 डिग्रीज। इस तरह होमवर्क वास्ते 2 क्वेश्चन दिते तुहानू सेम। एक्सटीरियर एंगल 90 एंड 45 डिग्रीज, 90 डिग्रीज एंड 45 डिग्रीज। तो सैकेंड क्वेश्चन में एक्सटीरियर एंगल है तो इत्थे 35 डिग्रीज एंड 55 डिग्रीज। ये दोवें क्वेश्चन सॉल्व करने तुसीं, एक्स की वैल्यू फाइंड करनी है, प्रॉपर्टी दसनी किहड़ी यूज़ हुई है तो ये आंसर कि मैनूं नहीं लगता ये आंसर की दिन की कोई लोड़ आ, तो तुसीं खुद सॉल्व कर सकते। बिल्कुल सिंपल क्वेश्चन है, जिस तरह पहला ABC पार्ट सॉल्व होए इस तरह सॉल्व होना। ये सी एक्सरसाइज सैकेंड का फर्स्ट एंड सैकेंड क्वेश्चन। थैंक यू।